ਇੱਕ ਮੌਂਕ ਦੀ ਤਰ੍ਹਾਂ ਸੋਚਣ ਲਈ ਤੁਹਾਨੂੰ ਆਪਣਾ ਘਰ-ਬਾਰ ਛੱਡ ਕੇ ਕਿਤੇ ਪਹਾੜਾਂ ਤੇ ਜਾ ਕੇ ਤਪੱਸਿਆ ਕਰਨ ਦੀ ਕੋਈ ਲੋੜ ਨਹੀਂ। ਆਪਣੀ ਨਾਰਮਲ ਲਾਈਫ ਵਿੱਚ ਰਹਿ ਕੇ ਵੀ ਤੁਸੀਂ ਮੌਂਕ ਦੀ ਤਰ੍ਹਾਂ ਸ਼ਾਂਤ ਅਤੇ ਹੈਪੀ ਲਾਈਫ ਜੀ ਸਕਦੇ ਹੋ। ਬਸ ਤੁਹਾਨੂੰ ਆਪਣੇ ਮਾਈਂਡ ਨੂੰ ਸਹੀ ਤਰੀਕੇ ਨਾਲ ਟ੍ਰੇਨ ਕਰਨ ਦੀ ਲੋੜ ਹੈ। ਹੁਣ ਸਵਾਲ ਆਉਂਦਾ ਹੈ ਕਿ ਮੌਂਕ ਦੀ ਤਰ੍ਹਾਂ ਸੋਚਣ ਦੀ ਲੋੜ ਹੀ ਕੀ ਹੈ? ਜੇ ਤੁਸੀਂ ਕੁਝ ਨਵੀਂ ਕਾਢ ਕੱਢਣੀ ਹੈ ਜਾਂ ਇਨੋਵੇਟ ਕਰਨਾ ਹੈ ਤਾਂ ਤੁਸੀਂ ਇਲਨ ਮਸਕ ਤੋਂ ਸਿੱਖੋਗੇ। ਜੇ ਤੁਸੀਂ ਬਿਜ਼ਨਸ ਬਾਰੇ ਕੁਝ ਸਿੱਖਣਾ ਹੈ ਤਾਂ ਤੁਸੀਂ ਵਾਰਨ ਬਫੇਟ ਕੋਲ ਜਾ ਕੇ ਸਿੱਖੋਗੇ। ਇਸੇ ਤਰ੍ਹਾਂ ਜੇ ਤੁਸੀਂ ਆਪਣੀ ਲਾਈਫ ਨੂੰ ਡਿਸਿਪਲਿਨਡ, ਸ਼ਾਂਤ ਅਤੇ ਖੁਸ਼ ਰੱਖਣਾ ਹੈ ਤਾਂ ਤੁਸੀਂ ਇੱਕ ਮੌਂਕ ਕੋਲ ਜਾ ਕੇ ਸਿੱਖੋਗੇ, ਕਿਉਂਕਿ ਉਹ ਇਸ ਕੰਮ ਵਿੱਚ ਐਕਸਪਰਟ ਹੁੰਦੇ ਨੇ। ਤਾਂ ਚਲੋ ਜਾਣਦੇ ਹਾਂ ਕਿ ਆਪਾਂ ਕਿਵੇਂ ਇੱਕ ਭਿਕਸ਼ੂ ਦੀ ਤਰ੍ਹਾਂ ਆਪਣੇ ਆਪ ਨੂੰ ਤੇ ਆਪਣੇ ਮਾਈਂਡ ਨੂੰ ਟ੍ਰੇਨ ਕਰ ਸਕਦੇ ਹਾਂ। ਮੰਨ ਲਓ ਤੁਸੀਂ ਇੱਕ ਸ਼ੀਸ਼ੇ ਸਾਹਮਣੇ ਖੜੇ ਹੋ ਤੇ ਆਪਣਾ ਫੇਸ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਉਸ ਸ਼ੀਸ਼ੇ ਤੇ ਬਹੁਤ ਸਾਰੀ ਧੂੜ ਮਿੱਟੀ ਜਮਾ ਹੋਈ ਹੈ। ਤਾਂ ਕੀ ਤੁਸੀਂ ਆਪਣਾ ਫੇਸ ਦੇਖ ਪਾਓਗੇ? ਆਬਵੀਅਸਲੀ ਨਹੀਂ। ਇਹ ਸ਼ੀਸ਼ਾ ਤੁਹਾਡੀ ਪਛਾਣ ਹੈ, ਤੁਹਾਡੀ ਟਰੂ ਆਇਡੈਂਟੀਟੀ, ਜਿਸ ਤੇ ਦੂਜਿਆਂ ਦੇ ਇਫੈਕਟ ਦੀ ਧੂੜ ਜਮੀ ਹੋਈ ਹੈ, ਜਿਸ ਕਰਕੇ ਤੁਸੀਂ ਆਪਣੀ ਆਇਡੈਂਟੀਟੀ ਦੇਖ ਹੀ ਨਹੀਂ ਪਾ ਰਹੇ ਹੋ। ਕੋਈ ਬੰਦਾ ਅਮੀਰ ਹੈ ਤਾਂ ਤੁਸੀਂ ਉਸ ਦੀ ਅਮੀਰੀ ਤੋਂ ਪ੍ਰਭਾਵਿਤ ਹੋ ਜਾਂਦੇ ਹੋ, ਕਿਸੇ ਦੀ ਲੁੱਕ ਤੋਂ ਪ੍ਰਭਾਵਿਤ ਹੋ ਜਾਂਦੇ ਹੋ, ਫਿਰ ਆਪਣੀ ਲੁੱਕ ਚੇਂਜ ਕਰਨ ਲੱਗ ਜਾਂਦੇ ਹੋ। ਪਰ ਤੁਹਾਡੀ ਖੁਦ ਦੀ ਪਛਾਣ ਕਿੱਥੇ ਹੈ? ਖੁਦ ਦੀ ਪਛਾਣ ਬਣਾਉਣ ਲਈ ਤੁਹਾਨੂੰ ਆਪਣੀ ਖੁਦ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ। ਹੁਣ ਸੁਣਨ ਵਿੱਚ ਤਾਂ ਇਹ ਬੜਾ ਸਿੰਪਲ ਤੇ ਈਜ਼ੀ ਲੱਗਦਾ, ਪਰ ਅੱਜ ਦੇ ਟਾਈਮ ਵਿੱਚ ਜ਼ਿਆਦਾਤਰ ਲੋਕਾਂ ਨੂੰ ਆਪਣੀ ਸੈਲਫ ਵੈਲਿਊ ਪਤਾ ਹੀ ਨਹੀਂ ਹੁੰਦੀ। ਤੁਸੀਂ ਜਿਸ ਬੰਦੇ ਨਾਲ ਉੱਠਦੇ ਹੋ, ਬਹਿੰਦੇ ਹੋ, ਜਿਸ ਨੂੰ ਫੋਲੋ ਕਰਦੇ ਹੋ, ਉਹਨਾਂ ਦਾ ਤੁਹਾਡੀ ਲਾਈਫ ਤੇ ਬੜਾ ਅਸਰ ਹੁੰਦਾ ਹੈ। ਜੇ ਤੁਹਾਡਾ ਕੋਈ ਫੇਵਰਿਟ ਸੈਲੀਬ੍ਰਿਟੀ ਇਹ ਕਹਿ ਦੇਵੇ ਕਿ ਬਿਜ਼ਨਸ 'ਚ ਬੜਾ ਪੈਸਾ ਹੈ, ਤੁਸੀਂ ਬਿਜ਼ਨਸ ਵੱਲ ਭੱਜੋਗੇ। ਜੇ ਉਹ ਕਹਿ ਦੇਵੇ ਕਿ ਹੈਲਥ ਹੀ ਅਸਲੀ ਵੈਲਥ ਹੈ, ਫਿਰ ਤੁਸੀਂ ਐਕਸਰਸਾਈਜ਼ਸ ਤੇ ਬਾਡੀ ਬਿਲਡਿੰਗ ਵੱਲ ਭੱਜੋਗੇ, ਜੋ ਕਿ ਟੋਟਲੀ ਗਲਤ ਹੈ। ਕਿਉਂਕਿ ਬੇਸਿਕਲੀ ਤੁਸੀਂ ਉਹਨਾਂ ਦੀ ਪਛਾਣ ਨੂੰ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਡੀ ਆਪਣੀ ਪਛਾਣ ਕਿੱਥੇ ਗਈ? ਕਿਸੇ ਤੋਂ ਇਨਸਪਾਇਰ ਹੋਣਾ ਜਾਂ ਕਿਸੇ ਤੋਂ ਕੁਝ ਸਿੱਖਣਾ ਗਲਤ ਨਹੀਂ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਤੁਹਾਡੀ ਅਸਲ ਵੈਲਿਊ ਹੈ ਕੀ? ਤੁਸੀਂ ਜੋ ਵੀ ਦੇਖਦੇ ਹੋ, ਸੁਣਦੇ ਹੋ, ਫॉर ਐਗਜ਼ਾਮਪਲ ਮੂਵੀਜ਼, ਨਿਊਜ਼, ਗੇਮਸ ਵਗੈਰਾ, ਇਹ ਸਭ ਮਿਲ ਕੇ ਤੁਹਾਡੀ ਪਛਾਣ ਤੇ ਧੂੜ ਮਿੱਟੀ ਜਮਾ ਕਰ ਰਹੇ ਨੇ, ਜਿਸ ਨੂੰ ਲੇਖਕ ਬਾਹਰੀ ਸ਼ੋਰ ਕਹਿੰਦੇ ਨੇ, ਮਤਲਬ ਐਕਸਟਰਨਲ ਨੋਇਸ, ਜੋ ਵਾਰ-ਵਾਰ ਤੁਹਾਡਾ ਧਿਆਨ ਆਪਣੇ ਵੱਲ ਖਿੱਚਦੇ ਨੇ। ਇਸ ਬਾਹਰਲੇ ਸ਼ੋਰ ਤੋਂ ਬਚ ਕੇ ਹੀ ਤੁਸੀਂ ਆਪਣੀ ਪਛਾਣ ਬਣਾ ਸਕਦੇ ਹੋ। ਵੈਲਿਊਜ਼ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਹਾਇਰ ਵੈਲਿਊਜ਼ ਅਤੇ ਲੋਅਰ ਵੈਲਿਊਜ਼। ਹਾਇਰ ਵੈਲਿਊਜ਼ ਤੁਹਾਨੂੰ ਖੁਸ਼ੀਆਂ, ਸੰਤੁਸ਼ਟੀ, ਇੱਕ ਮੀਨਿੰਗਫੁਲ ਲਾਈਫ ਦਿੰਦੀਆਂ ਨੇ, ਜਦੋਂ ਕਿ ਲੋਅਰ ਵੈਲਿਊਜ਼ ਦੁੱਖ, ਤਕਲੀਫ, ਡਿਪਰੈਸ਼ਨ ਦਿੰਦੀਆਂ ਨੇ। ਤੁਹਾਡੀਆਂ ਵੈਲਿਊਜ਼ ਤੁਹਾਡੇ ਫ੍ਰੀ ਟਾਈਮ, ਕੰਮ, ਤੁਹਾਡਾ ਪੈਸਾ ਖਰਚਣ ਦੀ ਆਦਤ ਤੇ ਵੀ ਡਿਪੈਂਡ ਕਰਦੀ ਹੈ। ਹੁਣ ਤੁਸੀਂ ਦੋ ਸਟੈਪ ਫੋਲੋ ਕਰੋ। ਫਸਟ, ਆਪਣੇ ਆਪ ਦੀ ਜਾਂਚ ਕਰੋ, ਪੜਤਾਲ ਕਰੋ ਕਿ ਤੁਸੀਂ ਫ੍ਰੀ ਟਾਈਮ ਵਿੱਚ ਕੀ ਕਰਦੇ ਹੋ, ਕਿੰਨਾ ਟਾਈਮ ਫੇਸਬੁੱਕ ਜਾਂ WhatsApp ਚਲਾਉਂਦੇ ਹੋ, ਜਾਂ ਆਪਣੇ ਪੈਸਿਆਂ ਨੂੰ ਕਿਵੇਂ ਖਰਚ ਕਰਦੇ ਹੋ। ਸੈਕਿੰਡ, ਸੈਲਫ ਆਈਸੋਲੇਸ਼ਨ। ਤੁਹਾਨੂੰ ਇੱਕ ਏਦਾਂ ਦੀ ਜਗ੍ਹਾ ਚੁਣਨੀ ਹੈ ਜਿੱਥੇ ਨਾ ਕੋਈ ਬੰਦਾ ਹੋਵੇ, ਨਾ ਕੋਈ ਫੋਨ ਅਤੇ ਨਾ ਕੋਈ ਗੈਜਟ। ਹੁਣ ਤੁਸੀਂ ਆਪਣੇ ਆਪ ਨੂੰ ਇਸ ਬਾਹਰੀ ਸ਼ੋਰ ਤੋਂ ਕੱਟ ਆਫ ਕਰ ਲਿਆ। ਹੁਣ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਤੁਹਾਡੇ ਹਿਸਾਬ ਨਾਲ ਕੀ ਸਹੀ ਹੈ ਤੇ ਕੀ ਗਲਤ। ਸੋਚੋ ਕਿ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਹੋ, ਉਹਨਾਂ ਨਾਲ ਰਹਿ ਕੇ ਤੁਹਾਡੀ ਕਦਰ ਵੱਧਦੀ ਪਈ ਹੈ ਕਿ ਘਟਦੀ ਪਈ ਹੈ। ਫਲਾਣੇ ਬੰਦੇ ਦੀ ਸੰਗਤ ਨਾਲ ਕੀ ਮੈਂ ਉਹ ਇਨਸਾਨ ਬਣ ਰਿਹਾ ਜੋ ਮੈਂ ਐਕਚੁਅਲ 'ਚ ਬਣਨਾ ਚਾਹੁੰਦਾ? ਹੁਣ ਇਹਨਾਂ ਲਾਈਨਾਂ ਤੋਂ ਤੁਹਾਨੂੰ ਇੱਕ ਗੱਲ ਤਾਂ ਸਮਝ ਲੱਗ ਗਈ ਹੋਏਗੀ ਕਿ ਤੁਹਾਨੂੰ ਉਹਨਾਂ ਲੋਕਾਂ ਨਾਲ ਰਹਿਣਾ ਚਾਹੀਦਾ ਜੋ ਤੁਹਾਨੂੰ ਇੰਪਰੂਵ ਕਰਨ, ਜੋ ਤੁਹਾਨੂੰ ਮੋਟੀਵੇਟ ਕਰਨ ਅੱਗੇ ਵਧਣ ਲਈ। ਜਦੋਂ ਤੁਸੀਂ ਖੁਦ ਨੂੰ ਟਾਈਮ ਦੇ ਕੇ ਆਪਣੇ ਆਪ ਦੀ ਆਵਾਜ਼ ਸੁਣਦੇ ਹੋ, ਉਸ ਟਾਈਮ ਤੁਸੀਂ ਉਸ ਸ਼ੀਸ਼ੇ ਤੇ ਪਈ ਧੂਲ ਮਿੱਟੀ ਨੂੰ ਹਟਾ ਰਹੇ ਹੋ। ਨੈਕਸਟ ਪੁਆਇੰਟ ਹੈ ਰਿਮੂਵ ਨੈਗੇਟਿਵਿਟੀ। ਤੁਹਾਨੂੰ ਡੇਲੀ ਕਈ ਟਾਈਪ ਦੇ ਅਲੱਗ-ਅਲੱਗ ਨੈਗੇਟਿਵ ਲੋਕ ਮਿਲਦੇ ਹੋਣਗੇ, ਜਿਵੇਂ ਸ਼ਿਕਾਇਤਾਂ ਕਰਨ ਵਾਲੇ, ਦੂਜਿਆਂ ਤੇ ਦੋਸ਼ ਮੱਥਣ ਵਾਲੇ, ਚੁਗਲੀਆਂ ਕਰਨ ਵਾਲੇ, ਕਮੀਆਂ ਕੱਢਣ ਵਾਲੇ ਜਾਂ ਆਰਡਰ ਥੋਪਣ ਵਾਲੇ। ਆਮ ਸ਼ੋਰ ਇਹਨਾਂ ਵਿੱਚੋਂ ਇੱਕ ਅੱਧਾ ਬੰਦਾ ਤਾਂ ਤੁਹਾਡੀ ਲਾਈਫ ਵਿੱਚ ਜ਼ਰੂਰ ਹੋਏਗਾ। ਹੁਣ ਹਰ ਕਿਸੇ ਨੂੰ ਬੁਲਾਉਣਾ ਬੰਦ ਤਾਂ ਨਹੀਂ ਕਰ ਸਕਦੇ। ਹੁਣ ਏਦਾਂ ਦੇ ਬੰਦਿਆਂ ਨਾਲ ਡੀਲ ਕਰਨ ਲਈ 3 ਤਰੀਕੇ ਨੇ। ਫਸਟ, ਐਲੋਕੇਟ ਟਾਈਮ। ਹਰ ਬੰਦੇ 'ਚ ਬਰਦਾਸ਼ਤ ਕਰਨ ਦੀ ਇੱਕ ਲਿਮਿਟ ਹੁੰਦੀ ਹੈ। ਕੁਝ ਬੰਦਿਆਂ ਨੂੰ ਇੱਕ ਦਿਨ ਲਈ ਝੇਲਿਆ ਜਾ ਸਕਦਾ, ਕਿਸੇ ਨੂੰ 1 ਮਹੀਨਾ, ਤੇ ਕਈਆਂ ਨੂੰ ਤਾਂ 1 ਮਿੰਟ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਲਈ ਪਹਿਲਾਂ ਆਪਣੇ ਦਿਮਾਗ 'ਚ ਰੱਖੋ ਕਿ ਇਸ ਬੰਦੇ ਨਾਲ ਮੈਂ ਇੰਨੇ ਕੁ ਮਿੰਟ ਹੀ ਗੱਲ ਕਰਨੀ ਹੈ ਤੇ ਉਸ ਤੋਂ 1 ਮਿੰਟ ਵੀ ਕਿਸੇ ਨੂੰ ਵੱਧ ਨਾ ਦਿਓ। ਦੂਸਰਾ ਹੈ 75/25 ਦਾ ਸਿਧਾਂਤ। ਇਸ ਰੂਲ ਦੇ ਹਿਸਾਬ ਨਾਲ ਤੁਸੀਂ 75% ਟਾਈਮ ਉਹਨਾਂ ਨੂੰ ਦੇਣਾ ਜਿਨ੍ਹਾਂ ਨਾਲ ਰਹਿ ਕੇ ਤੁਸੀਂ ਕੁਝ ਸਿੱਖਦੇ ਹੋ ਤੇ ਜੋ ਤੁਹਾਨੂੰ ਮੋਟੀਵੇਟ ਕਰਦੇ ਨੇ, ਤੇ 25% ਜਾਂ ਹੋ ਸਕੇ ਉਸ ਤੋਂ ਵੀ ਘੱਟ ਟਾਈਮ ਤੁਸੀਂ ਉਹਨਾਂ ਨੂੰ ਦੇਣਾ ਜੋ ਨੈਗੇਟਿਵ ਹੁੰਦੇ ਨੇ। ਥਰਡ, ਹਰ ਗੱਲਬਾਤ ਵਿੱਚ ਆਪਣੀ ਲੱਤ ਫਸਾਉਣੀ ਛੱਡ ਦਿਓ। ਜਦੋਂ ਤੱਕ ਅਗਲਾ ਪੁੱਛੇ ਨਾ, ਸਲਾਹ ਨਾ ਦਿਓ, ਤੇ ਸਲਾਹ ਵੀ ਉਦੋਂ ਹੀ ਦਿਓ ਜਦੋਂ ਤੁਹਾਨੂੰ ਉਸ ਟੌਪਿਕ ਦੀ ਕੰਪਲੀਟਲੀ ਨੌਲੇਜ ਹੋਵੇ। ਗਲਤ ਜਾਂ ਅੱਧੀ ਜਾਣਕਾਰੀ ਸਾਹਮਣੇ ਵਾਲੇ ਦਾ ਭਿਆਨਕ ਨੁਕਸਾਨ ਕਰਵਾ ਸਕਦੀ ਹੈ। ਹੁਣ ਇਹ ਤਾਂ ਗੱਲ ਹੋਈ ਬਾਹਰੀ ਜੋ ਨੈਗੇਟਿਵਿਟੀ ਹੈ, ਪਰ ਅੰਦਰਲੀ ਨੈਗੇਟਿਵਿਟੀ ਦਾ ਕੀ? ਉਹਦੇ ਲਈ ਵੀ ਇੱਕ ਤਰੀਕਾ ਹੈ ਜਿਸ ਨੂੰ ਕਹਿੰਦੇ ਨੇ ਸਪੌਟ, ਸਟਾਪ ਐਂਡ ਸਵੈਪ, ਮਤਲਬ ਨਿਸ਼ਾਨਾ ਸੇਧੋ, ਰੁਕੋ ਤੇ ਬਦਲੋ। ਹੁਣ ਕਿਹਾ ਤਾਂ ਜਾਂਦਾ ਹੈ ਕਿ ਹਮੇਸ਼ਾ ਚੰਗੇ ਵਿਚਾਰ ਰੱਖੋ, ਪਰ ਲਾਈਫ ਹੈ, ਚੰਗੇ ਮਾੜੇ ਖਿਆਲ ਆ ਸਕਦੇ ਨੇ ਮਨ ਵਿੱਚ। ਤਾਂ ਸਭ ਤੋਂ ਪਹਿਲਾਂ ਸਪੌਟ ਕਰੋ ਕਿ ਕੀ ਨੈਗੇਟਿਵ ਵਿਚਾਰ ਹੈ, ਕਿਸ ਬਾਰੇ ਹੈ। ਸੈਕਿੰਡ, ਰੁਕੋ ਤੇ ਸੋਚੋ ਕਿ ਏਦਾਂ ਦਾ ਖਿਆਲ ਤੁਹਾਡੇ ਮਨ ਵਿੱਚ ਆਇਆ ਕਿਉਂ।
ਉਹਦੀ ਜੜ ਤੱਕ ਜਾਓ, ਰੀਜ਼ਨ ਲੱਭੋ। ਤੇ ਥਰਡ, ਸਵੈਪ, ਬਦਲ ਦਿਓ ਉਸ ਵਿਚਾਰ ਨੂੰ ਕਿਸੇ ਚੰਗੇ ਵਿਚਾਰ ਨਾਲ। ਦੈਟਸ ਇਟ। ਹੁਣ ਇਸ ਚੀਜ਼ ਨੂੰ ਆਪਾਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਕੰਪਿਊਟਰ ਪ੍ਰੋਗਰਾਮਰ ਤੇ ਇੰਟਰਨੈਟ ਐਂਟਰਪ੍ਰੀਨਿਓਰ ਬ੍ਰਾਇਨ ਐਕਟਨ, ਜਿਸਨੇ ਟਵਿੱਟਰ 'ਚ ਨੌਕਰੀ ਲਈ ਅਪਲਾਈ ਕੀਤਾ, ਜਿੱਥੋਂ ਰਿਜੈਕਟ ਹੋ ਗਿਆ। ਉਹਨੇ ਸੋਚਿਆ ਸ਼ਾਇਦ ਕੋਈ ਚੰਗੀ ਚੀਜ਼ ਮੇਰਾ ਇੰਤਜ਼ਾਰ ਕਰ ਰਹੀ ਹੈ। ਫਿਰ ਨੈਕਸਟ ਟਾਈਮ ਉਸਨੇ ਫੇਸਬੁੱਕ ਵਿੱਚ ਜੌਬ ਲਈ ਅਪਲਾਈ ਕੀਤਾ, ਜਿੱਥੋਂ ਫਿਰ ਰਿਜੈਕਟ ਹੋ ਗਿਆ। ਉਸਨੇ ਫਿਰ ਸੋਚਿਆ ਕਿ ਚਲੋ ਕੋਈ ਚੰਗੀ ਚੀਜ਼ ਮੇਰਾ ਇੰਤਜ਼ਾਰ ਕਰ ਰਹੀ ਹੈ। ਤੇ ਇਦਾਂ ਕਰਦੇ ਕਰਦੇ ਕਈ ਸਾਰੇ ਰਿਜੈਕਸ਼ਨਸ ਦੇ ਬਾਵਜੂਦ ਵੀ ਬ੍ਰਾਇਨ ਨੇ ਕਦੇ ਸ਼ਿਕਾਇਤ ਨਹੀਂ ਕੀਤੀ, ਬਸ ਹਰ ਚੀਜ਼ ਲਈ ਸ਼ੁਕਰਾਨਾ ਕਰਦਾ ਗਿਆ। ਤੇ ਕੁਝ ਟਾਈਮ ਬਾਅਦ ਆਪਣੇ ਪਰਸਨਲ ਟਾਈਮ ਵਿੱਚ ਕੰਮ ਕਰਦੇ ਕਰਦੇ ਇੱਕ ਏਦਾਂ ਦੀ ਐਪ ਬਣਾਤੀ ਜਿਸ ਨੂੰ ਉਹਨੂੰ ਰਿਜੈਕਟ ਕਰਨ ਵਾਲੀ ਕੰਪਨੀ ਫੇਸਬੁੱਕ ਨੇ ਹੀ ਖਰੀਦ ਲਿਆ, ਲਗਭਗ 1900 ਕਰੋੜ ਵਿੱਚ, ਜਿਸ ਨੂੰ ਅੱਜ ਆਪਾਂ WhatsApp ਕਹਿੰਦੇ ਆ। ਜੇ ਤੁਸੀਂ ਅੱਧੇ ਗਲਾਸ ਪਾਣੀ ਵਿੱਚ 1 ਚਮਚ ਨੂਣ ਪਾਓ ਤਾਂ ਉਹ ਪਾਣੀ ਤੁਹਾਨੂੰ ਸਾਲਟੀ ਲੱਗੇਗਾ, ਪਰ ਉਹੀ 1 ਚਮਚ ਜੇ ਤੁਸੀਂ ਘੜੇ 'ਚ ਭਰੇ ਪਾਣੀ 'ਚ ਪਾ ਕੇ ਪੀਓ ਤਾਂ ਤੁਹਾਨੂੰ ਕੋਈ ਫਰਕ ਨਹੀਂ ਲੱਗਣਾ। ਇੱਥੇ ਨਮਕ ਤੁਹਾਡੀ ਅਸਫਲਤਾ ਹੈ, ਤੁਹਾਡੀ ਰਿਜੈਕਸ਼ਨਸ ਨੇ, ਤੇ ਪਾਣੀ ਉਹ ਤੁਹਾਡਾ ਨਜ਼ਰੀਆ ਸਹੀ ਤੇ ਵੱਡਾ ਹੋਏਗਾ ਤਾਂ ਅਸਫਲਤਾ ਦਾ ਦੁੱਖ ਮਹਿਸੂਸ ਨਹੀਂ ਹੋਏਗਾ। ਨੈਕਸਟ ਪੁਆਇੰਟ ਇਜ਼ ਨੋ ਯੂਰ ਇੰਟੈਂਸ਼ਨ। ਜਦੋਂ ਤੁਸੀਂ ਕਾਫੀ ਮਿਹਨਤ ਤੋਂ ਬਾਅਦ ਕੋਈ ਚੀਜ਼ ਹਾਸਿਲ ਕਰਦੇ ਹੋ ਪਰ ਫਿਰ ਵੀ ਤੁਹਾਨੂੰ ਤਸੱਲੀ ਨਾ ਹੋਵੇ, ਸੰਤੁਸ਼ਟੀ ਨਾ ਮਿਲੇ, ਤਾਂ ਸਮਝ ਲਓ ਕਿ ਉਸ ਚੀਜ਼ ਨੂੰ ਹਾਸਿਲ ਕਰਨ ਪਿੱਛੇ ਤੁਹਾਡਾ ਜੋ ਇਰਾਦਾ ਸੀ ਉਹ ਸਹੀ ਨਹੀਂ ਸੀ। ਹੁਣ ਜਾਂ ਤਾਂ ਆਪਾਂ ਕੋਈ ਕੰਮ ਕਰਦੇ ਹਾਂ ਕਿਸੇ ਦੇ ਡਰ ਤੋਂ, ਜਾਂ ਆਪਣੇ ਕਿਸੇ ਮਤਲਬ ਪਿੱਛੇ, ਜਾਂ ਡਿਊਟੀ ਸਮਝ ਕੇ, ਤੇ ਜਾਂ ਫਿਰ ਖਿੱਚ ਕੇ, ਤੇ ਇਹ ਇੰਟੈਂਸ਼ਨਸ ਸਹੀ ਨਹੀਂ ਨੇ। ਇਸ ਲਈ ਆਪਾਂ ਨੂੰ ਤਸੱਲੀ ਨਹੀਂ ਹੁੰਦੀ। ਕੁਝ ਲੋਕ ਅਮੀਰ ਬਣਨਾ ਚਾਹੁੰਦੇ ਨੇ, ਬਣ ਵੀ ਜਾਂਦੇ ਨੇ, ਪਰ ਸੈਟੀਸਫਾਈ ਨਹੀਂ ਹੁੰਦੇ। ਰੀਜ਼ਨ ਸੇਮ, ਗਲਤ ਇਰਾਦਾ। ਇਨਸਾਨ ਦੀ ਨੈਚੁਰਲ ਡਿਜ਼ਾਇਰ ਪੈਸਾ ਹੈ ਹੀ ਨਹੀਂ। ਇਸ ਚੀਜ਼ ਤੇ ਜ਼ਰਾ ਗੌਰ ਕਰੋ ਤਾਂ ਲੋਕੀ ਅਮੀਰ ਬਣਨਾ ਚਾਹੁੰਦੇ ਨੇ ਮਹਿੰਗੀਆਂ ਕਾਰਾਂ, ਕੋਠੀਆਂ, ਮਹਿੰਗੇ ਕੱਪੜੇ ਜਾਂ ਜੁਐਲਰੀ ਕਰਕੇ। ਹੋਰ ਥੋੜਾ ਗੌਰ ਕਰੋ, ਇਹ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਨੇ ਤਾਂ ਜੋ ਲੋਕ ਉਹਨਾਂ ਨੂੰ ਪਿਆਰ ਕਰਨ, ਉਹਨਾਂ ਦੀ ਰਿਸਪੈਕਟ ਕਰਨ। ਤੇ ਜੇ ਤੁਹਾਡਾ ਮੇਨ ਗੋਲ ਇੱਜ਼ਤ ਪਾਣਾ ਹੀ ਹੈ ਤਾਂ ਤੁਸੀਂ ਉਸ ਤੇ ਫੋਕਸ ਕਰੋ। ਸਰਫੇਸ ਲੈਵਲ ਵਾਲੀਆਂ ਚੀਜ਼ਾਂ ਤੇ ਆਪਣਾ ਟਾਈਮ ਖਰਾਬ ਕਰਨ ਦੀ ਕੀ ਲੋੜ ਹੈ? ਕਿਸੇ ਕੰਮ ਪਿੱਛੇ ਅਸਲੀ ਗੋਲ ਪਛਾਣ ਕੇ ਤੁਸੀਂ ਆਪਣੇ ਕੰਮ ਤੇ ਜ਼ਿਆਦਾ ਫੋਕਸ ਕਰ ਸਕਦੇ ਹੋ। ਫੋਰਥ, ਨੋ ਯੂਰ ਸਪੇਸ ਐਂਡ ਟਾਈਮ। ਹਰ ਜਗ੍ਹਾ ਦੀ ਆਪਣੀ ਇੱਕ ਊਰਜਾ ਹੁੰਦੀ ਹੈ ਤੇ ਇੱਕ ਖਾਸ ਵਕਤ ਇੱਕ ਯਾਦਾਸ਼ਤ ਦੀ ਤਰ੍ਹਾਂ ਹੁੰਦਾ ਹੈ। ਹਰ ਜਗ੍ਹਾ ਦੀ ਆਪਣੀ ਇੱਕ એનર્ਜੀ ਹੁੰਦੀ ਹੈ, ਹਰ ਜਗ੍ਹਾ ਇੱਕ ਅਹਿਸਾਸ ਜਗਾਉਂਦੀ ਹੈ। ਇਸੇ ਲਈ ਲੋਕੀ ਲਾਇਬ੍ਰੇਰੀ ਵਿੱਚ ਜ਼ਿਆਦਾ ਕੰਸੈਂਟਰੇਟ ਹੋ ਕੇ ਪੜ੍ਹ ਪਾਉਂਦੇ ਨੇ ਬਜਾਏ ਕਿ ਗਾਰਡਨ ਦੇ। ਸਾਨੂੰ ਹਰ ਕੰਮ ਨੂੰ ਇੱਕ ਖਾਸ ਜਗ੍ਹਾ ਤੇ ਬੈਠ ਕੇ ਪੂਰਾ ਕਰਨਾ ਚਾਹੀਦਾ। ਇਸੇ ਤਰ੍ਹਾਂ ਟਾਈਮ ਇੱਕ ਮੈਮਰੀ ਸੇਵ ਕਰਦਾ ਹੈ। ਜਦੋਂ ਤੁਸੀਂ ਸੇਮ ਕੰਮ ਸੇਮ ਟਾਈਮ ਤੇ ਰੈਗੂਲਰਲੀ ਕਰਦੇ ਹੋ ਤਾਂ ਉਹੀ ਕੰਮ ਤੁਹਾਡੇ ਦਿਮਾਗ ਵਿੱਚ ਇੱਕ ਮੈਮਰੀ ਦੀ ਤਰ੍ਹਾਂ ਸਟੋਰ ਹੋ ਜਾਂਦਾ ਹੈ ਤੇ ਤੁਸੀਂ ਬਿਨਾਂ ਅਲਾਰਮ ਲਾਏ ਵੀ ਉਸ ਕੰਮ ਨੂੰ ਫਿਕਸ ਟਾਈਮ ਤੇ ਕਰਨਾ ਸ਼ੁਰੂ ਕਰ ਦਿੰਦੇ ਹੋ। ਇਸ ਲਈ ਜੇ ਤੁਸੀਂ ਜ਼ਿਆਦਾ ਪ੍ਰੋਡਕਟਿਵ ਲਾਈਫ ਜੀਣੀ ਹੈ ਤਾਂ ਸੇਮ ਕੰਮ ਨੂੰ ਸੇਮ ਟਾਈਮ ਤੇ ਸੇਮ ਜਗ੍ਹਾ ਤੇ ਕਰੋ। ਤੁਹਾਨੂੰ ਘੱਟ ਐਫਰਟਸ ਲਗਾਉਣੇ ਪੈਣਗੇ ਤੇ ਕੰਮ ਵੀ ਵਧੀਆ ਹੋਏਗਾ। ਨਾਓ ਕਮੈਂਟ ਵੀ ਲਓ ਜੇ ਤੁਹਾਨੂੰ ਕੋਈ ਸੌਂਗ ਯਾਦ ਆਇਆ ਤਾਂ। ਨੈਕਸਟ ਪੁਆਇੰਟ ਹੈ ਸਰਵ ਅਦਰਸ। ਇਨਸਾਨ ਦਾ ਸਭ ਤੋਂ ਪਹਿਲਾ ਮਕਸਦ ਹੋਣਾ ਚਾਹੀਦਾ ਹੈ ਦੂਜਿਆਂ ਦੀ ਹੈਲਪ ਕਰਨਾ। ਜੋ ਕੰਮ ਕਰਨਾ ਤੁਹਾਨੂੰ ਪਸੰਦ ਹੈ ਤੇ ਉਸੇ ਕੰਮ ਦੀ ਦੁਨੀਆ ਨੂੰ ਲੋੜ ਹੈ ਤਾਂ ਉਸ ਕੰਮ ਨੂੰ ਕਰਨਾ ਤੁਹਾਡਾ ਧਰਮ ਬਣ ਜਾਂਦਾ, ਮਤਲਬ ਮਿਸ਼ਨ। ਤੁਹਾਡੇ ਦੁਆਰਾ ਕੀਤੇ ਗਏ ਕਿਸੇ ਵੀ ਕੰਮ ਦਾ ਅਲਟੀਮੇਟ ਗੋਲ ਦੂਜਿਆਂ ਦੀ ਹੈਲਪ ਕਰਨਾ ਹੋਣਾ ਚਾਹੀਦਾ, ਕਿਉਂਕਿ ਪਿਆਰ ਤੇ ਮਦਦ ਇੱਕ ਸਰਕਲ ਦੀ ਤਰ੍ਹਾਂ ਹੁੰਦੇ ਹੈ, ਨਾ ਕਿ 1-to-1 ਐਕਸਚੇਂਜ ਦੀ ਤਰ੍ਹਾਂ। ਜਦੋਂ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ ਤਾਂ ਉਸ ਤੋਂ ਰਿਟਰਨ ਵਿੱਚ ਹੈਲਪ ਐਕਸਪੈਕਟ ਨਾ ਕਰੋ। ਸ਼ਰਤਾਂ ਦੇ ਬੇਸਿਸ ਤੇ ਆਪਣੀ ਫੈਮਿਲੀ ਜਾਂ ਆਪਣੇ ਲਵਡ ਵਨਸ ਨੂੰ ਪਿਆਰ ਨਾ ਕਰੋ। ਜਦ ਤੁਸੀਂ ਸਾਹਮਣੇ ਵਾਲੇ ਤੋਂ ਐਕਸਪੈਕਟ ਕਰਨਾ ਸਟਾਰਟ ਕਰ ਦਿੰਦੇ ਹੋ ਸੇਮ ਚੀਜ਼ ਜੋ ਤੁਸੀਂ ਸਾਹਮਣੇ ਵਾਲੇ ਲਈ ਕੀਤੀ ਹੈ ਤਾਂ ਮਤਲਬ ਤੁਹਾਡੀ ਇੰਟੈਂਸ਼ਨ ਗਲਤ ਹੈ। ਪਰ ਹਾਂ, ਕਿਸੇ ਦੀ ਮਦਦ ਕਰਕੇ ਤੁਹਾਨੂੰ ਇੱਕ ਚੀਜ਼ ਜ਼ਰੂਰ ਮਿਲੇਗੀ, ਉਹ ਹੈ ਸਕੂਨ। ਅੱਜ ਮੈਂ ਇਹ ਸਾਰੇ ਪੁਆਇੰਟਸ ਤੁਹਾਡੇ ਨਾਲ ਡਿਸਕਸ ਕੀਤੇ ਨੇ ਜੈ ਸ਼ੇਟੀ ਦੀ ਬੁੱਕ ਥਿੰਕ ਲਾਈਕ ਅ ਮੌਂਕ ਵਿੱਚੋਂ। ਇਸ ਬੁੱਕ ਦੀ ਵਨਸ ਰੀਡਿੰਗ ਤਾਂ ਬਣਦੀ ਹੈ ਤੇ ਬਣਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਸੋ ਮੇਕ ਸ਼ੋਰ ਯੂ ਸਬਸਕ੍ਰਾਈਬ ਦਿਸ ਚੈਨਲ ਐਂਡ ਥੈਂਕ ਯੂ ਫॉर ਵਾਚਿੰਗ। ਸੀ ਯੂ ਨੈਕਸਟ ਟਾਈਮ।